तो जिस तरह असीं पहले मैं तुहानूं दस्सिया सी कि अज असीं गलबात करांगे इंद्रजीत सिंह बाल हुणां दे नाल स्टूडियो पहुँच चुके हैं। कुछ गलबात इन्हां नाल असीं करदे हां। बाल साहब सब तो पहलां जी आयां नूं, सत श्री अकाल, वाहिगुरू जी का खालसा फतेह जी, मेहरबानी, थैंक यू। ये थोड़ी जी गलबात करिए कि तुसीं इस टाइम 2 फुनरल होम रन कर रहे हो, उन्हां बारे थोड़ी जानकारी दिओ। बाबू जी, एक तो अपना ब्रैम्पटन च हुण तकरीबन पता ही है जी सारियां संगतां नूं जी। ते 2012 ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀ। 8 साल हो गए। 8 ਸਾਲ ਹੋ ਗਏ ਜੀ। ਅਕਤੂਬਰ 23 ਨੂੰ 8 ਸਾਲ ਹੋ ਗਏ ਜੀ। ਤੇ ਦੂਸਰਾ ਈਸਟ ਐਂਡ ਤੋਂ ਲੋਕਾਂ ਨੂੰ ਬਹੁਤ ਦੂਰੋਂ ਆਉਣਾ ਪੈਂਦਾ ਸੀ। ਏਜੈਕਸ, ਆਸ਼ਵਾ, ਪਿਕਰਿੰਗ, ਸਕਾਰਬਰੋ ਵਗੈਰਾ, ਮਾਰਕਮ, ਉਹਨਾਂ ਵਾਸਤੇ ਇੱਕ ਛੋਟੀ ਫੈਸਿਲਿਟੀ ਉੱਤੇ ਏਜੈਕਸ ਦੇ ਵਿੱਚ ਕੀਤੀ ਹੈ ਜੀ। ਜਿੱਥੋਂ ਅਸੀਂ ਸੇਵਾਵਾਂ ਦੇ ਰਹੇ ਹਾਂ ਜੀ। ਹੁਣ ਗੱਲ ਕਰੀਏ ਥੋੜ੍ਹੀ ਜਿਹੀ ਕਿ ਜਿਹੜਾ ਬਰੈਂਪਟਨ ਹੈ ਉਹ ਹਾਟ ਸਪਾਟ ਹੈ। ਇੱਥੇ ਸਭ ਤੋਂ ਵੱਧ ਜੇ ਆਪਾਂ ਕੱਲ੍ਹ ਦੀ ਗੱਲ ਕਰਦੇ ਹਾਂ, ਕੱਲ੍ਹ 258 ਪੀਲ ਦੇ ਵਿੱਚ ਕਰੋਨਾ ਦੇ ਕੇਸ ਆਏ, ਉਹਨਾਂ ਵਿੱਚੋਂ 200 ਦੇ ਕਰੀਬ ਇਕੱਲੇ ਬਰੈਂਪਟਨ 'ਚ ਨੇ, ਜਿਹੜਾ ਇੱਕ ਚਿੰਤਾ ਦਾ ਵਿਸ਼ਾ। ਦਸਾਂਝ ਸਾਹਿਬ, ਅੱਜ ਤੁਹਾਡੇ ਸਟੂਡੀਓ 'ਚ ਮੇਰਾ ਪੇਸ਼ ਹੋਣ ਦਾ ਵੱਡਾ ਮਕਸਦ ਇਹੀ ਹੈ ਕਿ ਅਸੀਂ ਬਹੁਤ ਵੱਡੇ ਸੰਕਟਮਈ ਸਮੇਂ 'ਚੋਂ ਗੁਜ਼ਰ ਰਹੇ ਹਾਂ ਜੀ। ਇਹ ਪੈਰਾਡੈਮਿਕ ਜਿਹੜਾ ਹੈ 19, ਔਰ ਸਾਨੂੰ ਬਹੁਤ ਇਤਿਹਾਦ ਵਰਤਣ ਦੀ ਲੋੜ ਹੈ, ਜਿਹੜਾ ਅਸੀਂ ਵਰਤ ਨਹੀਂ ਰਹੇ। ਮਾਫ ਕਰਨਾ, ਮੈਂ ਸਾਰੇ ਆਪਣੀ ਨਹੀਂ ਵਰਤ ਰਹੇ, ਬਿਲਕੁਲ ਸਹੀ ਹੈ। ਹਾਂਜੀ, ਜਿਵੇਂ ਤੁਸੀਂ ਨੰਬਰਸ ਦੱਸਿਆ ਹੈ, ਬਰੈਂਪਟਨ ਦੇ ਵਿੱਚ ਸਾਡੀ ਆਬਾਦੀ ਜਿਹੜੀ ਆ ਸਾਊਥ ਏਸ਼ੀਅਨਸ ਦੀ, ਇਹ 64% ਦੇ ਕਰੀਬ ਹੈ ਜੀ। 64%। ਹਾਂਜੀ। ਉਹਦੇ ਵਿੱਚ ਜੇ ਇੰਨੇ ਨੰਬਰਸ ਵੱਧ ਰਹੇ ਨੇ ਤੇ ਦੂਸਰੇ ਸਾਡੇ ਗੁਆਂਢੀ ਜਿਹੜੇ ਰੀਜਨਸ ਨੇ ਵੱਧ ਨਹੀਂ ਰਹੇ, ਤੇ ਫਿਰ ਕਿਤੇ ਨਾ ਕਿਤੇ ਉਹ ਗੱਲ ਹੋ ਰਹੀ ਆ ਜਿਹੜੀ ਸਾਨੂੰ ਕਰਨੀ ਚਾਹੀਦੀ ਸੀ ਤੇ ਅਸੀਂ ਨਹੀਂ ਕਰ ਰਹੇ। ਜਿਹੜੀ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਡਿਸਿਪਲਿਨ ਰੱਖੋ, ਘਰਾਂ ਦੇ ਵਿੱਚ ਰਹੋ, ਵੱਡੀਆਂ ਗੈਦਰਿੰਗਸ ਦੇ ਵਿੱਚ ਨਾ ਜਾਓ, ਤੇ ਉਹ ਜਦੋਂ ਗੈਦਰਿੰਗ ਤੁਸੀਂ ਜਾਂਦੇ ਹੋ, ਪਤਾ ਨਹੀਂ ਸਿੰਪਟਮ ਕਿਹਦੇ ਕੋਲ ਨੇ ਤੇ ਕਿੱਥੋਂ ਤੁਸੀਂ ਉਹ ਗੱਲ ਘਰ ਨੂੰ ਲੈ ਆਉਣੀ ਹੈ, ਤੇ ਫਿਰ ਸਾਰਾ ਪਰਿਵਾਰ ਜਿਹੜਾ ਇਸ ਦੀ ਲਪੇਟ ਵਿੱਚ ਆ ਜਾਂਦਾ। ਬਹੁਤ ਸਾਰੇ ਪਰਿਵਾਰਾਂ ਨੂੰ ਅਸੀਂ ਜਾਣਦੇ ਹਾਂ ਜਿਹੜੇ ਪੂਰੇ ਦੇ ਪੂਰੇ ਪਰਿਵਾਰ ਹੀ ਇਹਦੇ ਵਿੱਚ ਹੋ ਗਏ। ਆਪਣੀਆਂ ਅਣਗਹਿਲੀਆਂ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਮੌਤਾਂ ਹੋਈਆਂ ਹੈਗੀਆਂ। ਅੱਛਾ, ਦੂਸਰਾ ਸਾਡੀ ਕਮਿਊਨਿਟੀ ਦੀ ਉਹ ਇੱਕ ਬਦਨਾਮੀ ਦਾ ਵਾਇਸ ਵੀ ਬਣ ਜਾਂਦਾ ਹੈ। ਬਾਹਰਲੇ ਲੋਕ ਜਦੋਂ ਦੇਖਦੇ ਨੇ, ਉਹ ਕਹਿੰਦੇ ਯਾਰ ਉੱਥੇ ਤਾਂ ਫਲਾਨੀ ਕਮਿਊਨਿਟੀ ਰਹਿੰਦੀ ਹੈ, ਇਹਦਾ ਮਤਲਬ ਵੀ ਉਹ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੈ, ਉਹ ਡਿਸਿਪਲਿਨ ਦੇ ਵਿੱਚ ਨਹੀਂ, ਅਤੇ ਇਸੇ ਕਰਕੇ ਹੋ ਰਿਹਾ ਨਾ। ਉਹ ਇੱਕ ਵੱਖਰਾ ਇਸ਼ੂ ਹੈ। ਸਭ ਤੋਂ ਵੱਡਾ ਇਸ਼ੂ ਤਾਂ ਹੈ ਸਾਡੀ ਆਪਣੀ ਸਿਹਤ ਦਾ, ਅਤੇ ਜਿਹੜਾ ਅਸੀਂ ਜਿਹਦੇ ਵਿੱਚ ਫੇਸ ਕਰ ਰਹੇ ਹਾਂ। ਅੱਜ ਮੈਂ ਇਸ ਕਰਕੇ ਆਇਆ ਦਸਾਂਝ ਸਾਹਿਬ ਕਿ ਜਿਸ ਕੰਮ ਦੇ ਵਿੱਚ ਅਸੀਂ ਫਿਊਨਰਲ ਹੋਮ ਜਿਹੜੀਆਂ ਸਰਵਿਸ ਅਸੀਂ ਦੇ ਰਹੇ ਹਾਂ, ਅੱਜ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਆ ਸਾਰਿਆਂ ਨੂੰ ਕਿ ਤੁਸੀਂ ਬਿਲਕੁਲ ਸਾਡੀ ਗੱਲ ਮੰਨ ਨਹੀਂ ਰਹੇ। ਮੈਨੂੰ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ। ਅੱਛਾ, ਫਿਊਨਰਲ ਹੋਮ ਆ ਕੇ ਵੀ ਲੋਕ ਨਹੀਂ ਸੁਣਦੇ? ਨਹੀਂ, ਮੰਨ ਨਹੀਂ ਰਹੇ ਜੀ। ਜਦੋਂ ਕੋਈ ਪਰਿਵਾਰ ਫਿਊਨਰਲ ਅਰੇਂਜਮੈਂਟ ਕਰਨ ਆਉਂਦਾ ਹੈ ਜੀ, ਤੇ ਉਸ ਨੂੰ ਅਸੀਂ ਦੱਸ ਦਿੰਦੇ ਹਾਂ ਕਿ ਕਿੰਨੇ ਬੰਦੇ ਆ ਸਕਦੇ, ਜਿਹੜੀਆਂ ਜਿੰਨੇ ਅਲਾਉਡ ਨੇ, ਜਿਹੜੀਆਂ ਇੰਸਟੀਟਿਊਸ਼ਨਲ ਪਾਲਿਸੀ ਨੇ ਗਵਰਨਮੈਂਟ ਆਫ ontario ਦੀਆਂ ਜਾਂ ਫਿਊਨਰਲ ਸਰਵਿਸ ਬੋਰਡ ਦੀਆਂ। ਅੱਜ ਦੀਆਂ ਕਿੰਨੀਆਂ ਹੁਣ ਆ ਸਕਦੇ ਲੋਕ? ਉਹ ਉਹਨਾਂ ਨੇ 40 ਸੀ ਜੀ, ਪਰ ਮੰਡੇ ਤੋਂ ਉਹਨਾਂ ਨੇ 20 ਕਰ ਦਿੱਤੇ ਜੀ। 20 ਹੋ ਗਏ। ਪਰ ਤੁਹਾਨੂੰ ਯਾਦ ਹੋਵੇਗਾ ਅਪ੍ਰੈਲ ਮਈ ਦੇ ਵਿੱਚ ਸਿਰਫ 10 ਬੰਦੇ ਹੀ ਆ ਸਕਦੇ ਸੀ, ਔਰ ਅੰਦਰ ਜਾ ਕੇ ਕ੍ਰਿਮੇਸ਼ਨ ਜਿੱਥੇ ਮਸ਼ੀਨ ਹੈ ਉੱਥੇ ਜਾ ਕੇ ਤੁਸੀਂ ਬਟਨ ਵੀ ਨਹੀਂ ਸੀ ਦੱਬ ਸਕਦੇ। ਅੱਛਾ, ਫਿਰ ਜੇ ਉਹ ਖੁੱਲ੍ਹ ਗਿਆ ਜੀ, ਫਿਰ ਕੇਸ ਵਧਣੇ ਸ਼ੁਰੂ ਹੋ ਗਏ। ਹੁਣ ਕਿੰਨੇ ਤੇਜ਼ੀ ਨਾਲ ਕੇਸ ontario 'ਚ ਖਾਸ ਕਰਕੇ ਸਾਡੇ ਰੀਜਨ 'ਚ ਵਧ ਰਹੇ ਨੇ, ਅਤੇ ਉਹ ਉਹਨਾਂ 'ਤੇ ਪਾਬੰਦੀ ਲਾ ਰਹੇ ਨੇ। ਅਸੀਂ ਜਦੋਂ ਕੋਈ ਪਰਿਵਾਰ ਉਸ ਸਰਵਿਸ ਸਾਨੂੰ ਦੱਸਣ ਵਾਸਤੇ ਆਉਂਦਾ ਹੈ, ਉਸ ਦਿਨ ਵੀ ਬੇਨਤੀ ਕਰਦੇ ਹਾਂ। ਜਿੱਦਣ ਡਰੈਸਿੰਗ ਕਰਨ ਆਉਂਦਾ, ਉਸ ਦਿਨ ਵੀ ਬੇਨਤੀ ਕਰਦੇ ਹਾਂ। ਤੁਹਾਡੇ ਮਾਧਿਅਮ ਦੇ ਰਾਹੀਂ, ਮੀਡੀਆ ਰਾਹੀਂ ਬੇਨਤੀ ਕਰਦੇ ਰਹਿੰਦੇ ਹਾਂ ਜੀ। ਫਿਰ ਵੀ ਸਾਡੇ ਲੋਕ ਜਿਹੜੇ ਆ ਜੀ, ਕੱਲ੍ਹ ਬਹੁਤ ਅਪਸੈਟਿੰਗ ਸੀ ਮੇਰੇ ਵਾਸਤੇ, ਅਤੇ ਉਹ ਲੋਕ ਗੱਲ ਨੂੰ ਸੁਣਦੇ ਨਹੀਂ ਜੀ। ਉੱਥੇ ਫਿਊਨਰਲ ਹੋਮ 'ਚ ਜਦੋਂ ਆਉਂਦੇ ਨੇ ਕਿਸੇ ਸੰਸਕਾਰ ਦੇ ਉੱਤੇ ਦੁੱਖ ਵਡਾਉਣ ਆਉਂਦੇ ਨੇ, ਪਹਿਲੀ ਗੱਲ ਤਾਂ ਇਹ ਕਿ ਜਿੰਨੀ ਲਿਮਿਟ ਆ ਉਸ ਤੋਂ ਵੱਧ ਆਪਣੇ ਆਪ ਅੰਦਰ ਆਉਣਾ ਨਹੀਂ ਚਾਹੀਦਾ। ਜੇ ਆਏ ਹੋ ਤਾਂ ਫਿਰ ਤੁਹਾਡੀ ਮੈਨੇਜਮੈਂਟ ਦੀ ਗੱਲ ਸੁਣਨੀ ਚਾਹੀਦੀ। ਦਸਾਂਝ ਜੀ, ਕਿ ਪਹਿਲੀ ਗੱਲ ਤਾਂ ਜਿਸ ਪਰਿਵਾਰ 'ਚ ਭਾਣਾ ਵਾਪਰ ਗਿਆ, ਉਹ ਤਾਂ ਇੰਨੇ ਦੁਖੀ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਜੀ। ਉਹ ਤਾਂ ਅੰਦਰ ਹੀ ਬਿਜ਼ੀ ਨੇ ਵਿਚਾਰੇ ਆਪਣੇ ਧਰਮ ਕਰਮ ਦੇ ਕੰਮਾਂ ਦੇ ਵਿੱਚ, ਜਾਂ ਅਪਸੈਟ ਹੀ ਇੰਨੇ ਨੇ। ਔਰ ਆਪਾਂ ਜਿਹੜੇ ਆ ਕੇ ਸਿਰਫ ਉੱਥੇ ਸੋਸ਼ਲ ਗੈਦਰਿੰਗਸ ਕਰਦੇ ਹਾਂ। ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਤੁਸੀਂ ਆਏ ਹੋ, ਪਰਿਵਾਰ ਦਾ ਸਤਿਕਾਰ ਵਜੋਂ ਆਏ ਹੋ, ਪਰਿਵਾਰ ਨੇ ਤੁਹਾਨੂੰ ਦੇਖ ਲਿਆ, ਤੁਸੀਂ ਫਤਿਹ ਬੁਲਾਓ, ਜਾਓ, ਚਲੇ ਜਾਓ ਪਲੀਜ਼। ਲਾਈਵ ਸਟਰੀਮ ਹੋ ਰਹੀ ਆ, ਤੁਸੀਂ ਘਰਾਂ 'ਚ ਬੈਠ ਕੇ ਦੇਖ ਲਓ, ਆਪਣੇ ਟੈਲੀਫੋਨ 'ਤੇ ਦੇਖੋ, ਗੱਡੀ 'ਚ ਬੈਠ ਕੇ ਤੁਸੀਂ ਦੇਖ ਲਓ, ਔਰ ਇੱਥੇ ਖੜੇ ਨਾ ਹੋ ਜੀ। ਪਰ ਸਾਡੇ ਬਾਰ-ਬਾਰ ਬੇਨਤੀਆਂ ਕਰਨ 'ਤੇ ਵੀ ਲੋਕ ਨਹੀਂ ਹਟਦੇ ਜੀ। ਉੱਥੇ ਸੋਸ਼ਲ ਗੈਦਰਿੰਗ ਕਰਦੇ ਨੇ, ਉੱਥੇ ਗੱਲਾਂ ਬਾਤਾਂ ਕਰਦੇ ਨੇ।
ਅਸੀਂ ਕਈ ਵਾਰੀ ਨਾਲ ਦਾ ਹਾਲ ਵੀ ਖੋਲ ਦਿੰਦੇ ਹਾਂ, ਉੱਥੇ ਉਹ ਫਿਰ ਵੀ ਉੱਥੇ ਬਹਿਣ ਨੂੰ ਤਿਆਰ ਨਹੀਂ। ਬੜੀ ਮਾੜੀ ਗੱਲ ਔਰ ਨਾ ਬਾਹਰ ਜਾਣ ਨੂੰ ਅਸੀਂ ਕਿਵੇਂ ਕਿਸੇ ਨੂੰ ਫਿਰ ਉਹ ਜ਼ਬਰਦਸਤੀ ਕਹਿ ਸਕਦੇ ਹਾਂ। ਪਿਛਲੇ 5-6 ਮਹੀਨੇ ਦੇ ਵਿੱਚ 3 ਵਾਰੀ ਇੱਦਾਂ ਦੀਆਂ ਗੱਲ ਹੋ ਚੁੱਕੀ ਹੈ ਕਿ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ, ਲੋਕਾਂ ਨੇ ਕਿਸੇ ਨੇ ਉਹਨਾਂ ਨੂੰ ਸ਼ਿਕਾਇਤ ਕਰਤੀ ਅਤੇ ਉਹਨਾਂ ਨੇ ਆ ਕੇ ਸਾਨੂੰ ਉਹ ਕਹਿੰਦੇ ਤੁਹਾਡਾ ਲਾਇਸੈਂਸ ਕੈਂਸਲ ਕਰ ਦਿਆਂਗੇ, ਤੁਹਾਡੇ ਇਹ ਜਿਹੜਾ ਫਿਊਨਰਲ ਪਾਰਲੇ ਨੂੰ ਬੰਦ ਕਰ ਦਿਆਂਗੇ। ਅਸੀਂ ਕਿਹਾ ਵੀ ਹੁਣ ਨਾ ਤੁਸੀਂ ਕਰੋ ਜੀ, ਕਿਉਂਕਿ ਫਿਊਨਰਲ ਚੱਲ ਰਿਹਾ, ਬਹੁਤ ਅਪਸੈਟਿੰਗ ਗੱਲ ਹੋ ਜਾਏਗੀ ਪਰਿਵਾਰ ਵਾਸਤੇ। ਵੀ ਉਹ ਤਾਂ ਉਹਨਾਂ ਦਾ ਕਸੂਰ ਕੋਈ ਨਹੀਂ ਹੈ, ਉਹਨਾਂ ਦਾ ਕਸੂਰ ਕੋਈ ਨਹੀਂ ਹੈ ਜਿਹੜਾ ਸੰਸਕਾਰ ਕਰਨ ਆਏ ਨੇ। ਔਰ ਉਹ ਇਹ ਗੱਲਾਂ ਜਿਹੜੀਆਂ ਜਦੋਂ ਅਸੀਂ ਉੱਥੇ ਹੁਣ ਡਾਟਾ ਵੀ ਕਲੈਕਟ ਕਰਦੇ ਹਾਂ, ਉਹ ਗੌਰਮੈਂਟ ਦੀਆਂ ਇੰਸਟਰਕਸ਼ਨਸ ਨੇ ਜੀ। ਜਦ ਤੁਸੀਂ ਆਪਣਾ ਨਾਂ ਲਿਖੋ ਅਤੇ ਟੈਲੀਫੋਨ ਲਿਖੋ, ਜੇ ਕਿਸੇ ਨੂੰ ਕੋਈ ਗੱਲ ਹੋ ਗਈ ਅਤੇ ਉਹ ਪੁੱਛਦੇ ਨੇ ਹੈਲਥ ਵਾਲੇ ਵੀ ਤੁਸੀਂ ਪਿਛਲੇ 15 ਦਿਨਾਂ 'ਚ ਕਿੱਥੇ ਕਿੱਥੇ ਵਿਜ਼ਿਟ ਕੀਤਾ, ਅਤੇ ਸਾਨੂੰ ਉਸ ਦਿਨ ਦਾ ਸਾਰਾ ਡਾਟਾ ਜਿਹੜਾ ਉਸ ਫਿਊਨਰਲ 'ਤੇ ਲੋਕ ਆਏ ਸਨ ਉਹਨਾਂ ਨੂੰ ਬਾਈ ਲਾ ਪ੍ਰੋਵਾਈਡ ਕਰਨਾ ਪੈਂਦਾ ਜੀ, ਵੀ ਤਾਂ ਕਿ ਉਹ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਣ ਵੀ ਤੁਸੀਂ ਠੀਕ ਠਾਕ ਹੋ। ਸੋ ਬਾਬ ਜੀ, ਮੇਰੀ ਇਹ ਬੇਨਤੀ ਹੈ, ਬਹੁਤ ਹੀ ਹੱਥ ਜੋੜ ਕੇ ਨਿਮਰਤਾ ਸਹਿਤ ਮੇਰੀ ਬੇਨਤੀ ਹੈ, ਜਿੱਥੇ ਵੀ ਤੁਸੀਂ ਸੁਣ ਰਹੇ ਹੋ ਜਾਂ ਸਾਡਾ ਮੈਸੇਜ ਪਲੀਜ਼ ਤੁਸੀਂ ਅੱਗੇ ਕਰ ਦਿਓ ਕਿ ਬੜਾ ਔਖਾ ਸਮਾਂ ਹੁੰਦਾ ਹੈ ਪਰਿਵਾਰ ਵਾਸਤੇ ਜਦੋਂ ਤੁਸੀਂ ਫਿਊਨਰਲ ਕਰਨ ਵਾਸਤੇ ਆਉਂਦੇ ਹੋ। ਜੇ ਉੱਥੇ 20 ਬੰਦੇ ਅਲਾਉਡ ਨੇ ਤਾਂ ਪਲੀਜ਼ 20 ਆਓ, ਜੇ 40 ਨੇ ਤਾਂ 40 ਆਓ, ਅਤੇ ਤੁਸੀਂ ਦਰਸ਼ਨ ਕਰਕੇ ਚਲੇ ਜਾਓ ਜੀ। ਹਾਲ ਦੇ ਵਿੱਚ ਖੜ੍ਹ ਕੇ ਗੱਲਾਂ ਕਰਨੀਆਂ, ਵਾਰ-ਵਾਰ ਇੱਕ ਦੂਜੇ ਨੂੰ ਹਗਿੰਗ ਕਰਨੀ। ਅਸੀਂ ਬੇਨਤੀਆਂ ਵੀ ਕਰਦੇ ਵੀ ਹਗਿੰਗ ਨਾ ਕਰੋ ਜੀ, ਟੱਚਿੰਗ ਨਾ ਕਰੋ, ਮਾਸਕ ਪਾਓ ਜੀ, ਸੋਸ਼ਲ ਡਿਸਟੈਂਸ ਰੱਖੋ ਜੀ। ਬਹੁਤ ਸਾਰੇ ਲੋਕ ਮੰਨਦੇ ਨੇ, ਪਰ ਬਹੁਤ ਸਾਰੇ ਲੋਕ, ਮੈਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਹੈ ਅੱਜ, ਕਿ ਸਾਡੀ ਗੱਲ ਮੰਨ ਨਹੀਂ ਰਹੇ। ਅਤੇ ਇਹੋ ਜਿਹੀਆਂ ਹੋਰ ਗੈਦਰਿੰਗ ਦੇ ਵਿੱਚ ਵੀ ਹੁੰਦਾ ਹੋਵੇਗਾ ਜੀ, ਧਾਰਮਿਕ ਸੰਸਥਾਵਾਂ 'ਚ, ਧਾਰਮਿਕ ਸੰਸਥਾਵਾਂ 'ਤੇ ਹੁੰਦਾ। ਪਿਛਲੇ ਦਿਨ ਇੱਥੇ ਵੈਡਿੰਗ ਹੋਈਆਂ, 450 ਲੋਕ ਅਫੈਕਟਡ ਹੋਏ ਨੇ ਜਿਹੜੀਆਂ ਵੈਡਿੰਗ ਇੱਥੇ ਕੀਤੀਆਂ ਗਈਆਂ। ਇਸੇ ਕਰਕੇ ਹੋ ਰਹੇ ਨੇ ਜੀ, ਇਸੇ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਕੇਸ ਜ਼ਿਆਦਾ ਹੋ ਰਹੇ ਨੇ ਕਿ ਅਸੀਂ ਇਹਤਿਆਤ ਨਹੀਂ ਵਰਤ ਰਹੇ, ਅਸੀਂ ਗੌਰਮੈਂਟ ਨੂੰ ਸੁਣ ਨਹੀਂ ਰਹੇ, ਅਸੀਂ ਆਪਣੀ ਸਿਹਤ ਦਾ ਖਿਆਲ ਨਹੀਂ। ਕੱਲ੍ਹ ਇੱਥੇ ਬਿਲਡਰ ਨੇ ਇੱਕ ਨਵੇਂ ਘਰਾਂ ਦੀ ਲਾਂਚਿੰਗ ਕੀਤੀ, 1000 ਤੋਂ ਵੱਧ ਲੋਕ ਮੇਲੇ ਵਾਂਗ ਤੁਰੇ ਫਿਰਦੇ। ਦੱਸੋ, ਅੱਧਿਆਂ ਤੋਂ ਬਾਅਦ ਤੁਸੀਂ ਉਹਨਾਂ ਦੀ ਵੀਡੀਓ ਦੇਖ ਲਿਓ ਫੇਸਬੁੱਕ 'ਤੇ, ਮਾਸਕ ਨਹੀਂ ਪਾਈਆਂ ਹੋਈਆਂ, ਸੋਸ਼ਲ ਡਿਸਟੈਂਸ ਕੋਈ ਨਹੀਂ ਹੈ। ਫਿਰ ਅਸੀਂ ਕੀ ਕਰ ਰਹੇ ਹਾਂ? ਨਹੀਂ, ਸਾਨੂੰ ਇਹਦਾ ਬਹੁਤ ਖਿਆਲ ਰੱਖਣਾ ਪਏਗਾ ਜੀ। ਇੱਕ ਤਾਂ ਸਾਡੀਆਂ ਸਿਹਤਾਂ ਨੇ, ਦੂਜਾ ਇਹ ਅਸੀਂ ਬਦਨਾਮੀ ਦਾ ਵੌਇਸ ਬਣਾਂਗੇ। ਸੋ ਮੇਰੀ ਤਾਂ ਬੇਨਤੀ ਹੈ ਜੀ ਵੀ ਤੁਸੀਂ ਜੇ ਫਿਊਨਰਲ ਮਨਾਉਣਾ, ਹਮਦਰਦੀ ਵਜੋਂ ਆਏ ਹੋ, ਸਤਿਕਾਰ ਨਾਲ ਆਏ ਹੋ, ਤੁਸੀਂ ਜੀ ਸਦਕੇ ਆਓ। ਅੱਜ ਸਾਡੇ ਸਟਾਫ ਵੱਲੋਂ ਜਿਹੜੀਆਂ ਰਿਸਟ੍ਰਿਕਸ਼ਨਸ ਇਹ ਆ ਕਿ ਜੇ ਅੰਦਰ 40 ਬੰਦੇ ਅਲਾਉਡ ਨੇ, ਅਤੇ ਜਦੋਂ 40 ਚੇਅਰਾਂ ਭਰ ਗਈਆਂ ਅਤੇ ਤੁਹਾਨੂੰ ਆਪਣੀਆਂ ਕਾਰਾਂ ਦੇ ਵਿੱਚ ਬੈਠਣਾ ਪਏਗਾ। ਉਹਦੇ ਵਿੱਚੋਂ 40 'ਚੋਂ ਜੇ 5 ਬੰਦੇ ਬਾਹਰ ਆਉਣਗੇ ਤਾਂ ਫਿਰ ਤੁਸੀਂ 5 ਐਂਟਰ ਕਰ ਸਕੋਗੇ, ਨਹੀਂ ਤਾਂ ਉਹ ਸਾਨੂੰ ਆ ਕੇ ਸਾਡੀਆਂ ਸਰਵਿਸ ਜਿਹੜੀਆਂ ਸਟਾਪ ਕਰ ਦੇਣਗੇ। ਬਸ ਸਾਹਿਬ, ਜਦੋਂ ਆਪਾਂ ਬੈਂਕ ਜਾਂਦੇ ਹਾਂ, ਬੈਂਕ ਦੇ ਡੋਰ 'ਤੇ ਲੜਕੀ ਖੜੀ ਹੈ, ਉਹ ਕਹਿੰਦੀ ਕਿ 6 ਬੰਦੇ 10 ਬੰਦੇ ਅਲਾਉਡ ਨੇ, ਤੁਸੀਂ ਬਾਹਰ ਖੜੇ ਹੋ। ਜਿੰਨਾ ਚਿਰ ਵਿਅਕਤੀ ਬਾਹਰ ਨਹੀਂ ਆਉਂਦਾ ਉਨਾ ਚਿਰ ਦੂਸਰਾ ਵਿਅਕਤੀ ਐਂਟਰ ਨਹੀਂ ਹੋ ਸਕਦਾ। ਗਰੋਸਰੀ ਸਟੋਰਾਂ ਦੇ ਅੰਦਰ ਵੀ ਇੱਦਾਂ, ਬਸ ਸਾਡੇ ਗਰੋਸਰੀ ਸਟੋਰਾਂ ਦੇ ਉੱਤੇ ਇਹ ਚੀਜ਼ਾਂ ਨਹੀਂ ਹਨ। ਅਸੀਂ ਇਹ ਕੀਤਾ ਸੀ ਜੀ ਆਪਣੇ ਮਈ ਜੂਨ ਦੇ ਵਿੱਚ ਇਸ ਤਰ੍ਹਾਂ ਹੀ ਕੀਤਾ ਸੀ, ਪਰ ਫਿਰ ਗੌਰਮੈਂਟ ਨੇ ਥੋੜ੍ਹੀ ਜਦੋਂ ਰਿਲੈਕਸ ਕੀਤੇ, ਅਤੇ ਅਸੀਂ ਵੀ ਕਿਹਾ ਵੀ ਸਾਡੇ ਜਿਹੜੇ ਫਿਊਨਰਲ ਨੇ ਇਹ ਟਰਡੀਸ਼ਨਲ ਨੇ, ਸਾਡਾ ਕਲਚਰ ਇੱਦਾਂ ਜੀ, ਅਸੀਂ ਦੁੱਖ ਦੇ ਵਿੱਚ ਜਾਂਦੇ ਹਾਂ, ਅਤੇ ਅਸੀਂ ਵੀ ਥੋੜ੍ਹੀਆਂ ਸ਼ਰਤਾਂ ਜਿਹੜੀਆਂ ਰਿਲੈਕਸ ਕੀਤੀਆਂ, ਪਰ ਉਹਨਾਂ ਸ਼ਰਤਾਂ ਦਾ ਫਿਰ ਨਜਾਇਜ਼ ਫਾਇਦਾ ਉਠਾਇਆ ਜਾਂਦਾ। ਹੁਣ ਬਿਲਕੁਲ ਇਸ ਤਰ੍ਹਾਂ ਹੀ ਹੋਏਗੀ ਜੀ ਕਿ ਸਾਡੇ ਜਿਹੜੇ ਵਰਕਰ ਆ ਬਾਹਰ ਖੜੇ ਹੋਣਗੇ, ਜੇ 40 ਬੰਦੇ ਅੰਦਰ ਹੈ, ਜੇ 40 ਦੇ ਵਿੱਚੋਂ ਕੋਈ 5 ਬਾਹਰ ਆਉਂਦੇ ਨੇ ਅਤੇ ਤੁਸੀਂ 5 ਜਿਹੜੇ ਫਿਰ ਅੰਦਰ ਜਾ ਸਕੋਗੇ। ਮੈਂ ਵੀ ਕਿਸੇ ਦੇ ਫੋਨ 'ਤੇ ਗਿਆ ਸੀ, ਮੇਰੇ ਅੱਗੇ ਵਿਅਕਤੀ ਸੀ, ਅਤੇ ਉਹ ਕਹਿੰਦਾ ਕਿ ਮੈਂ ਆਪਣਾ ਨਾਮ ਨਹੀਂ ਲਿਖਣਾ, ਨਾ ਮੈਂ ਫ਼ੋਨ ਨੰਬਰ ਦੇਣਾ। ਦੱਸੋ ਕੀ ਤੁਹਾਡੇ ਫੋਨ ਫੋਨ 'ਤੇ। ਪਰ ਜਦੋਂ ਤੁਹਾਡਾ ਇਹ ਬਣਿਆ ਆ ਵੀ ਜਿਹੜਾ ਵਿਅਕਤੀ ਉੱਥੇ ਆਵੇ ਉਹਨੇ ਆਪਣਾ ਨਾਮ, ਫ਼ੋਨ ਨੰਬਰ ਦੇਣਾ, ਤਾਂ ਕਿ ਕੱਲ੍ਹ ਨੂੰ ਕਿਸੇ ਬੰਦੇ ਨੂੰ ਪ੍ਰੋਬਲਮ ਕੋਈ ਆਉਂਦੀ ਹੈ ਤਾਂ ਤੁਹਾਡੇ ਕੋਲ ਡਾਟਾ ਹੈ। ਨਹੀਂ, ਉਹ ਸਰਕਾਰ ਨੇ ਕਿਹਾ ਹੋਇਆ, ਸਰਕਾਰ ਨੇ ਕਿਹਾ ਜੀ, ਉਹ ਸਾਡੇ ਵੱਲੋਂ ਕੋਈ ਸ਼ਰਤ ਨਹੀਂ ਹੈ। ਉਹਨੇ ਸਾਨੂੰ, ਸਰਕਾਰ ਨੇ ਕਿਹਾ ਕਿ ਇੱਥੇ ਸੈਨੀਟਾਈਜ਼ਰਸ ਹੋਣੇ ਚਾਹੀਦੇ ਨੇ ਜੀ, ਇੱਥੇ ਮਾਸਕ ਪ੍ਰੋਵਾਈਡ ਕਰੋ, ਔਰ ਇੱਥੇ ਟੈਂਪਰੇਚਰ ਚੈੱਕ ਕਰੋ ਜੀ। ਤੁਸੀਂ ਦੇਖਿਆ ਕਿ ਉੱਥੇ ਟੈਂਪਰੇਚਰ ਚੈੱਕ ਕਰਦੇ ਆ, ਸਾਡਾ ਸਟਾਫ ਟੈਂਪਰੇਚਰ ਚੈੱਕ ਕਰਦਾ। ਵੀ ਜੇ ਤੁਸੀਂ ਆਪਣਾ ਨਾਂ ਨਹੀਂ ਲਿਖਾਉਣਾ ਚਾਹੁੰਦੇ, ਆਪਣੀ ਇਨਫੋਰਮੇਸ਼ਨ, ਕੋਈ ਕੱਲ੍ਹ ਨੂੰ ਰੱਬ ਨਾ ਕਰੇ ਤੁਹਾਡੀ ਸਿਹਤ 'ਚ ਕੋਈ ਪ੍ਰੋਬਲਮ ਆ ਜਾਏ, ਅਤੇ ਫਿਰ ਤੁਹਾਨੂੰ ਕਿਵੇਂ ਉਹ ਕੰਟੈਕਟ ਕਰਨੇ, ਜਾਂ ਜਿਹੜੇ ਉੱਥੇ ਸਹਿਯੋਗੀ ਜਿਹੜੇ ਸੀ ਉਹਦੇ ਵਿੱਚ ਤਾਂ ਕੋਈ ਐਸੀ ਗੱਲ ਨਹੀਂ ਹੈ ਜੀ। ਉਹ ਤਾਂ ਜਸਟ ਫॉर ਦਾ ਹੈਲਥ ਮਿਨਿਸਟਰੀ ਆ, ਜਸਟ ਫॉर ਹੈਲਥ ਰੀਜ਼ਨ ਹੈਗਾ। ਤਾਂ ਮੈਂ ਸਮਝਦਾ ਕਿ ਆਪਾਂ ਨੂੰ ਜਿਹੜੀਆਂ ਸਰਕਾਰ ਬੇਨਤੀਆਂ ਬਾਰ-ਬਾਰ ਹਰ ਰੋਜ਼ ਕਰ ਰਿਹਾ, ਸਾਡਾ ਪ੍ਰੀਮੀਅਰ ਕਰ ਰਿਹਾ ਹੈਗਾ, ਸਾਡੇ ਮੇਅਰਸ ਕਰ ਰਹੇ ਨੇ, ਅਤੇ ਹੋਰ ਨੁਮਾਇੰਦੇ ਜਿਹੜੇ ਇਲੈਕਟਡ ਕਰ ਰਹੇ ਨੇ, ਸਾਨੂੰ ਉਹਨਾਂ ਦੀ ਬੇਨਤੀ ਸੁਣਨੀ ਚਾਹੀਦੀ ਹੈ, ਤਾਂ ਕਿ ਆਪਾਂ ਔਖੇ ਸਮਾਂ ਜਿਹੜਾ ਉਹਦੇ ਵਿੱਚੋਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਲੰਘ ਸਕੀਏ। ਸਮਾਂ ਲੰਘ ਜਾਏਗਾ, ਪਰ ਕਈ ਵਾਰੀ ਆਪਾਂ ਆਪਣੀ ਅਣਗਹਿਲੀ ਦੇ ਨਾਲ ਵੱਡੀਆਂ ਜਿਹੜੀਆਂ ਪ੍ਰੋਬਲਮ ਸੇੜ ਲੈਂਦੇ ਹਾਂ ਜੀ। ਕਿਉਂਕਿ
ਅਸੀਂ ਆਪਣਾ ਧਿਆਨ ਰੱਖਾਂਗੇ, ਦੂਜੇ ਦਾ ਧਿਆਨ ਰੱਖਾਂਗੇ, ਉਹ ਸਾਡੇ ਸਾਰਿਆਂ ਵਾਸਤੇ ਆ। ਬਿਲਕੁਲ ਜੀ, ਬਿਲਕੁਲ। ਜਿਨ੍ਹਾਂ ਪਰਿਵਾਰਾਂ ਦੇ ਨਾਲ ਵਾਪਰਿਆ ਉਹਨਾਂ ਕੋਲ ਪੁੱਛ ਕੇ ਦੇਖੋ, 5-10 ਦਿਨਾਂ ਦੇ ਵਿੱਚ ਹੀ ਉਹਨਾਂ ਦੇ ਘਰ ਦੇ ਮੈਂਬਰ ਜਿਹੜੇ ਦੁਨੀਆ ਤੋਂ ਚਲੇ ਗਏ, ਹੈ ਨਾ। ਬੋਬ ਜੀ, ਤੁਸੀਂ ਉੱਥੇ ਜਾਂਦੇ ਹੋ, ਤੁਹਾਨੂੰ ਨਹੀਂ ਪਤਾ ਵੀ ਤੁਸੀਂ ਉੱਥੇ ਕਿੰਨੇ ਲੋਕਾਂ ਦੇ ਕੋਲ ਦੀ ਲੰਘੇ ਹੋ, ਕਿੰਨਿਆਂ ਨੇ ਤੁਹਾਨੂੰ ਟੱਚ ਕੀਤਾ। ਉੱਥੇ ਬਹੁਤ ਸਾਰੇ ਲੋਕ ਹੁੰਦੇ ਨੇ, ਤੇ ਆਫਟਰ ਆਲ ਤਾਂ ਤੁਸੀਂ ਘਰ ਹੀ ਜਾਣਾ ਨਾ ਆਪਣੇ ਪਰਿਵਾਰ 'ਚ। ਦੱਸ ਰਾਈਟ, ਯਾ। ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਗੱਲ ਵਾਪਰੀ ਹੈ, ਜਿਨ੍ਹਾਂ ਦੇ 14 ਦਿਨ ਦੀ ਆਈਸੋਲੇਸ਼ਨ ਕਰਨੀ ਪੈਂਦੀ, ਅਨਫੋਰਚੂਨੇਟਲੀ ਕਈ ਵਿਚਾਰਿਆਂ ਦੀ ਡੈਥ ਵੀ ਹੋ ਗਈ ਜਾਂ ਕਈ ਹਸਪੀਟਲ 'ਚ ਐਂਡ ਅਪ ਹੋ ਗਏ, ਉਹਨਾਂ ਨੂੰ ਇਹ ਪਤਾ ਹੈ ਕਿ ਇਹ ਕਿੰਨੀ ਮੁਸੀਬਤ ਖੜੀ ਹੋ ਜਾਂਦੀ ਹੈ। ਇਹਦੇ ਬਾਰੇ ਸੋਚਣਾ ਅਤੇ ਪ੍ਰੈਕਟੀਕਲੀ ਇਹਦੇ ਵਿੱਚ ਲੰਘਣਾ ਬੜਾ ਹੀ ਔਖਾ ਸਮਾਂ ਹੈ ਜੀ। ਸੋ ਆਪਾਂ ਨੂੰ ਸਾਰਿਆਂ ਨੂੰ ਅਣਗਹਿਲੀਆਂ ਕਾਰਨ 에ਅਰਪੋਰਟ ਟੈਕਸੀ ਦੇ 10 ਵਿਅਕਤੀ ਚਲੇ ਗਏ। ਹਾਂਜੀ, ਦੇਖੋ ਨੌਜਵਾਨ ਸਾਡੇ ਮਿੱਤਰ, ਸਾਡੇ ਭਰਾ, ਕਿੰਨੀਆਂ ਉੱਥੇ 에ਅਰਪੋਰਟ ਡਰਾਈਵਰਸ ਦੀਆਂ ਮੌਤਾਂ ਹੋ ਗਈਆਂ। ਉਹ ਪਹਿਲਾਂ ਜੀ, ਬਾਅਦ ਦੇ ਵਿੱਚ ਤੇ ਚਲੋ ਉਹਨਾਂ ਨੇ ਸਾਰਾ ਕੁਝ ਖਿਆਲ ਕਰ ਲਿਆ। ਹੁਣ ਵੀ ਜੇ ਇੰਨੇ ਕੇਸਿਸ ਨੇ ਤੇ ਉਹਦੇ ਵਿੱਚੋਂ ਬਹੁਤ ਸਾਰੇ ਸਾਡੀ ਕਮਿਊਨਿਟੀ ਜੀ ਹੋਣਗੇ। ਜੇ ਬਰੈਂਪਟਨ ਦੇ ਵਿੱਚ ਨੇ ਤੇ ਜੇ 64% ਆਬਾਦੀ ਹੈ ਤੇ 64% ਦੇ ਕੇਸ ਸਾਡੇ ਉਹ 'ਚ ਹੋਣਗੇ ਜੀ। ਸਰਕਾਰ ਨੇ ਮਾਰਚ ਤੋਂ ਲੈ ਕੇ ਹੁਣ ਤੱਕ ਇਹ ਕਿਹਾ ਕਿ ਬਰੈਂਪਟਨ ਹਮੇਸ਼ਾ ਹਾਟ ਸਪਾਟ ਰਿਹਾ। ਹਾਂ, ਪਰ ਸਾਨੂੰ ਸੋਚਣ ਦੀ ਗੱਲ ਹੈ ਨਾ ਜੀ। ਇਹ ਦੇਖੋ, ਮਾਰਚ ਤੋਂ ਲੈ ਕੇ ਅੱਜ ਦੀ ਡੇਟ ਨਹੀਂ ਹੈ, ਮਾਰਚ ਤੋਂ ਲੈ ਕੇ ਅੱਜ ਤੱਕ ਅੱਜ ਦਾ ਡਾਟਾ ਜਿਹੜਾ ਉਹ ਕਿ ਬਰੈਂਪਟਨ ਦੇ ਵਿੱਚ ਹਮੇਸ਼ਾ ਕੇਸ ਸਭ ਤੋਂ ਵੱਧ ਹੋਏ ਨੇ। ਇਸੇ ਕਰਕੇ ਬਾਬੂ ਜੀ, ਅੱਜ ਮੈਨੂੰ ਬੜੇ ਦੁਖੀ ਮਨ ਦੇ ਨਾਲ ਮੀਡੀਆ 'ਤੇ ਤੁਹਾਡੇ ਰੂਬਰੂ ਹੋਣਾ ਪਿਆ, ਸੰਗਤਾਂ ਦੇ ਨਾਲ। ਮੇਰਾ ਦਿਲ ਨਹੀਂ ਸੀ ਕਰਦਾ ਵੀ ਇਹੋ ਜਿਹੀ ਗੱਲ ਕਿਸੇ ਨੂੰ ਕਹੀ ਜਾਵੇ, ਪਰ ਮੇਰੀ ਬੇਨਤੀ ਹੈ ਜੀ, ਮੈਂ ਹੱਥ ਜੋੜਦਾ ਹਾਂ, ਮੈਂ ਪੈਰੀਂ ਹੱਥ ਵੀ ਲਾਉਣ ਨੂੰ ਤਿਆਰ ਹਾਂ ਕਿ ਪਲੀਜ਼ ਇਸ ਤਰ੍ਹਾਂ ਨਾ ਤੁਸੀਂ ਕਰੋ। ਨੌਜਵਾਨ ਬੱਚੇ ਤੁਸੀਂ ਆ ਕੇ ਉੱਥੇ ਸੋਸ਼ਲਿੰਗ ਗੈਦਰ ਕਰਦੇ ਹੋ, ਫਿਰ ਤੁਸੀਂ ਸੁਣਨ ਨੂੰ ਤਿਆਰ ਨਹੀਂ। ਤੁਹਾਨੂੰ ਜਾ ਕੇ ਕਹਿੰਦੇ ਆ, ਤੁਸੀਂ ਸੁਣਨ ਨੂੰ ਤਿਆਰ ਨਹੀਂ। ਇੱਧਰੋਂ ਤੁਹਾਨੂੰ ਹਟਾਓ, ਤੁਸੀਂ ਉੱਧਰ ਖੜ੍ਹ ਜਾਂਦੇ, ਉੱਧਰੋਂ ਹਟਾਓ। ਤੁਸੀਂ ਆਏ ਹੋ, ਦਰਸ਼ਨ ਕਰ ਲਏ ਹੋ, ਅੰਦਰ ਬੈਠਣ ਨੂੰ ਜਗ੍ਹਾ ਨਹੀਂ ਹੈ ਤੇ ਤੁਸੀਂ ਚਲੇ ਜਾਓ, ਕਾਰਾਂ ਜਾ ਕੇ ਬਹਿ ਜਾਓ ਜਾਂ ਕਿਤੇ ਹੋਰ ਚੱਲ ਜਾਓ। ਜ਼ਿਆਦਾ ਜੇ 20 ਲੋਕ ਲਾਊਡ ਆ, ਫੋਨ ਤੇ ਗੱਲ ਕਰ ਲਓ ਪਰਿਵਾਰ ਦੇ ਨਾਲ। ਬਿਲਕੁਲ, ਜਦੋਂ ਨਹੀਂ ਲਾਈਵ ਸਟ੍ਰੀਮ ਹੈ ਜੀ, ਲਾਈਵ ਸਟ੍ਰੀਮ ਤੇ ਦੇਖ ਲਓ ਤੁਸੀਂ। ਨਹੀਂ ਜਾਣਾ, ਕੋਈ ਵੱਡੀ ਪਰਿਵਾਰ ਵੀ ਇਸ ਗੱਲ ਦਾ ਗੁੱਸਾ ਨਹੀਂ ਕਰਦਾ ਕਿ ਨਹੀਂ ਆ ਸਕਦੇ। ਉਹਨਾਂ ਨੂੰ ਪਤਾ ਜੀ, ਉਹਨਾਂ ਨੂੰ ਪਤਾ ਵੀ ਤੁਸੀਂ ਆ ਕੇ। ਦੂਜੀ ਗੱਲ ਹੈ ਜੀ, ਅਸੀਂ ਇਹ ਅਲਾਓ ਕਰਦੇ ਹਾਂ ਵੀ ਵਾਰੀ ਜਾ ਕੇ ਤੁਸੀਂ ਦਰਸ਼ਨ ਕਰ ਆਓ ਜੀ। ਤੁਸੀਂ ਪਰਿਵਾਰ ਉੱਥੇ ਆ, ਉਹਨਾਂ ਦੇ ਨਾਲ ਹਮਦਰਦੀ ਕਰਿਓ, ਦੂਰੋਂ ਸਤਿ ਸ਼੍ਰੀ ਅਕਾਲ ਬੁਲਾਇਓ, ਉਹਨਾਂ ਨੂੰ ਪਤਾ ਤੁਸੀਂ ਆਏ ਹੋ। ਤੇ ਨਹੀਂ ਤੇ ਟੈਲੀਫੋਨ ਤੇ ਗੱਲ ਕਰ ਲਓ ਜੀ, ਉਹਨਾਂ ਨੂੰ ਵੀ ਪਤਾ ਔਖਾ ਸਮਾਂ ਹੈ ਵੀ ਜੇ ਕੋਈ ਨਹੀਂ ਆ ਸਕਿਆ ਤੇ ਦੈਟਸ ਫਾਈਨ। ਪਰ ਇਹ ਹੈ ਵੀ ਅੱਜ ਅਸੀਂ ਕਿਸੇ ਦੇ ਜਾਂਦੇ ਹਾਂ, ਕਿਸੇ ਪਰਿਵਾਰ ਦੇ ਉੱਤੇ ਇਹ ਹੈਪਨ ਹੋ ਸਕਦਾ। ਅਸੀਂ ਇਹੀ ਥੈਂਕ ਯੂ ਸੋ ਮਚ, ਤੁਸੀਂ ਆ ਕੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਅਸੀਂ ਆਪਣੇ ਵੱਲ ਵੀ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਫੂਨਰਲ ਹੋਮ ਜਦੋਂ ਜਾਂਦੇ ਹੋ, ਜੇ ਉੱਥੇ 20 ਲੋਕ ਅਲਾਊਡ ਨੇ ਤਾਂ ਤੁਸੀਂ 20 ਹੀ ਅੰਦਰ ਰਹੋ। ਬਾਕੀ ਦੇ ਲੋਕਾਂ ਨੂੰ ਇੱਕ ਦਰਸ਼ਨ ਕਰਕੇ ਤੁਸੀਂ ਬਾਹਰ ਆ ਜਾਓ, ਤੁਹਾਨੂੰ ਉੱਥੇ ਸਟੇ ਕਰਨ ਦੀ ਲੋੜ ਨਹੀਂ ਹੈ। ਤੁਸੀਂ ਗੱਲਾਂ ਬਾਤਾਂ ਉੱਥੇ ਖੜ੍ਹ ਕੇ ਨਾ ਕਰੋ। ਅਸੀਂ ਨੋਰਮਲ ਜ਼ਿੰਦਗੀ 'ਚ ਨਹੀਂ ਹਾਂ, ਨੈਵਰ ਥਿੰਕ ਲਾਈਕ ਦਿਸ। ਅਸੀਂ ਔਖੇ ਸਮੇਂ 'ਚ ਹੈ, ਔਖਾ ਸਮਾਂ ਨਿਕਲ ਜਾਏਗਾ, ਪਰ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਦੋਂ ਤੁਸੀਂ ਫੂਨਰਲ ਹੋਮ ਜਾਂਦੇ ਹੋ ਤੇ ਮੈਨੇਜਮੈਂਟ ਦਾ ਸਾਥ ਜ਼ਰੂਰ ਦਿਓ, ਤਾਂ ਕਿ ਜਿੱਥੇ ਪਰਿਵਾਰ ਦੇ ਨਾਲ ਤੁਸੀਂ ਦੁੱਖ ਸਾਂਝਾ ਕਰਨਾ ਚਾਹੁੰਦੇ ਹੋ ਪਰ ਤੁਸੀਂ ਉੱਥੇ ਕੋਈ ਹੋਰ ਪ੍ਰੋਬਲਮ ਨਾ ਖੜੀ ਕਰਦੇ। ਬਲ ਸਾਹਿਬ, ਸਾਡੇ ਨਾਲ ਤੁਸੀਂ ਜਾਣਕਾਰੀ ਆ ਕੇ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਅਸੀਂ ਇਹ ਸਾਰਿਆਂ ਨੂੰ ਪਤਾ ਹੈ, ਕਮਿਊਨਿਟੀ ਨੂੰ ਪਤਾ ਹੈ ਕਿ ਇਹ ਕਿੰਨੀ ਲੋੜ ਸੀ ਇਸ ਸਰਵਿਸ ਦੀ, ਤਾਂ ਅਸੀਂ ਇਹ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਜੀ। ਮੇਰੇ ਆਪਣੇ ਮਨ ਦੀ ਇਹ ਮਨਸ਼ਾ ਸੀ ਕਿ ਸਰਵਿਸ, ਬੇਸ਼ੱਕ ਸਾਰਿਆਂ ਨੂੰ ਪਤਾ ਹੈ ਜੀ ਵੀ ਪੈਸੇ ਵੀ ਲੱਗਦੇ ਨੇ, ਸਾਰਾ ਕੁਛ ਹੈ, ਪਰ ਮੇਰੇ ਮਨ ਦੀ ਸੀ, ਇਸੇ ਕਰਕੇ ਮੈਂ 7 ਦਿਨ ਉੱਥੇ ਹੁੰਦਾ, ਸਾਡਾ ਪਰਿਵਾਰ ਵੀ ਉੱਥੇ ਹੁੰਦਾ ਹੈ। ਦੂਸਰੀ ਗੱਲ ਹੈ ਕਿ ਜਦੋਂ ਆਪਾਂ ਬੋਡੀ ਲੈ ਕੇ ਕ੍ਰੈਮੇਟੋਰੀਅਮ ਦੇ ਵਿੱਚ ਜਾਂਦੇ ਹਾਂ, ਉਹ ਭੱਠੀ ਵੱਲ ਨੂੰ ਜਾਂਦੇ ਹਾਂ, ਪਹਿਲਾਂ ਤਾਂ ਉਹ ਅਲਾਓ ਕਰ ਦਿੰਦੇ ਸਨ ਕਿ ਚਲੋ ਪਰਿਵਾਰ ਦੇ ਜਿਹੜੇ 10 ਬੰਦੇ ਜਿਹੜੇ ਨਾਲ ਜਾ ਸਕ। ਹੁਣ ਬਹੁਤ ਸਟ੍ਰਿਕਟਲੀ ਉਹਨਾਂ ਨੇ ਕਿਹਾ ਕਿ ਸਿਰਫ ਤੇ ਸਿਰਫ 5 ਬੰਦੇ ਜਾਣਗੇ ਉੱਥੇ ਤੱਕ, 6ਵਾਂ ਬੰਦਾ ਨਹੀਂ। ਉਹ ਬੋਡੀ ਰਿਸੀਵ ਹੀ ਨਹੀਂ ਕਰਦਾ ਆਪਰੇਟਰ ਜੀ। ਔਰ ਉੱਥੇ ਇੱਕ ਸ਼ੀਸ਼ਾ ਹੈ, ਸ਼ੀਸ਼ੇ ਦੇ ਪਿੱਛੇ ਬਾਕੀ 4 ਖੜਨਗੇ, ਇੱਕ ਬੰਦਾ ਜਾਏਗਾ। ਕਈ ਵਾਰੀ ਆਪਾਂ ਕਹਿੰਦੇ ਜੇ ਅਸੀਂ 3 ਭਰਾ 4 ਪਾਸੇ ਸਾਰਿਆਂ ਨੇ ਬਟਨ ਦਬਣਾ ਹੈ। ਅਸੀਂ ਤੁਹਾਡੀਆਂ ਗੱਲਾਂ ਨੂੰ ਸਮਝਦੇ ਹਾਂ, ਪਰ ਸਾਡੇ ਵੱਸ ਦੀ ਗੱਲ ਨਹੀਂ ਹੈ। ਇਹ ਗੱਲ ਹੋਈ ਹੈ ਜੀ ਪਿਛਲੇ ਦਿਨਾਂ 'ਚ। ਸਾਡਾ ਜਿਹੜਾ ਉੱਧਰ ਆਪਰੇਟਰ ਸੀ ਕੈਨੇਡੀਅਨ, ਉਹਨੇ ਕਿਹਾ ਵੀ ਜਿੰਨੀ ਦੇਰ ਤੁਸੀਂ ਇੱਕ ਬੰਦਾ ਨਹੀਂ, ਉਹਦਾ ਵੀ ਲਾਇਸੈਂਸ ਹੈ ਨਾ, ਉਹਦਾ ਵੀ ਲਾਇਸੈਂਸ ਹੈ, ਸਾਡਾ ਵੀ ਲਾਇਸੈਂਸ ਹੈ, ਸਾਰਿਆਂ ਦੇ ਲਾਇਸੈਂਸ। ਉਹ ਕਹਿੰਦਾ ਵੀ ਮੈਂ ਉਹਦੀ ਉਲੰਘਣਾ ਨਹੀਂ ਕਰਨੀ, ਵੀ ਤੁਸੀਂ ਉੱਥੇ ਖੜ੍ਹ ਜਾਓ ਪਿੱਛੇ ਸ਼ੀਸ਼ੇ ਸਾਹਮਣੇ 4 ਫੁੱਟ 'ਤੇ। ਮੈਂ ਤਾਂ ਇਹ ਭਾਵਨਾ ਸਮਝ ਸਕਦਾ ਕਿ ਅਸੀਂ ਸਾਰਿਆਂ ਨੇ ਜਾ ਕੇ ਭਰਾਵਾਂ ਨੇ ਇੱਕ ਦੂਜੇ ਦੇ ਮੋਢੇ 'ਤੇ, ਪਰ ਜਿਹੜਾ ਔਖਾ ਸਮਾਂ ਜੀ ਆਪਾਂ ਉਹਦੇ ਖਿਆਲ ਕਰਦੇ ਹੋਏ ਤੇ ਜਿੱਦਾਂ ਸਰਕਾਰ ਦੀਆਂ ਹਦਾਇਤਾਂ ਨੇ, ਆਪਾਂ ਨੂੰ ਮੰਨੀਏ, ਇੱਕ ਦੂਜੇ ਦਾ ਸਹਿਯੋਗ ਦਈਏ, ਤਾਂ ਕਿ ਆਪਾਂ ਬੜੇ ਪਿਆਰ ਸਤਿਕਾਰ ਦੇ ਨਾਲ ਜਿਹੜੀਆਂ ਅੰਤਿਮ ਰਸਮਾਂ ਜਿਹੜੇ ਜਾਣ ਵਾਲੇ ਪ੍ਰਾਣੀ ਦੀਆਂ ਕਰ ਸਕੀਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਦਾ YouTube ਚੈਨਲ। ਇਹਨੂੰ ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰਨਾ।